ਉਸ ਬਜ਼ੁਰਗ ਦੀਆਂ ਚੀਖਾਂ, ਉਹਨਾਂ ਬਜ਼ੁਰਗਾਂ ਦੀ ਦਰਦ, ਉਹਨਾਂ ਦੇ ਆਂਸੂ ਮੈਂ ਪੂਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਇਸ ਇੱਕ ਵਾਕਿਏ ਨੇ ਮੈਨੂੰ ਆਪਣੀ ਜ਼ਿੰਦਗੀ ਦਾ ਬੇਸ਼ਤਰ ਹਿੱਸਾ ਜਿਹੜਾ ਹੈ, ਅਕਸਰ ਹਿੱਸਾ ਜਿਹੜਾ ਹੈ, ਉਹ ਬੱਸ ਸਟੇਸ਼ਨਾਂ 'ਤੇ, ਬੱਸ ਸਟਾਪਾਂ 'ਤੇ, ਰੇਲਵੇ ਸਟੇਸ਼ਨ 'ਤੇ ਗੁਜ਼ਾਰਨ 'ਤੇ ਮਜਬੂਰ ਕਰ ਦਿੱਤਾ। ਇਹ ਵਾਕਿਆ ਮੇਰੀ ਜ਼ਿੰਦਗੀ 'ਚ ਸ਼ਾਇਦ ਜੋ ਕੁਝ ਮੈਂ ਹੈ ਇਸ ਵਕਤ, ਮੈਂ ਇਸ ਵਾਕਿਏ ਦੀ ਵਜ੍ਹਾ ਨਾਲ ਹਾਂ, ਜਾਂ ਮੇਰੇ ਅੰਦਰ ਅਗਰ ਕੋਈ ਇਨਸਾਨੀਅਤ ਦਾ ਇੱਕ ਪਹਿਲੂ ਨਜ਼ਰ ਆਉਂਦਾ ਹੈ, ਉਹ ਸ਼ਾਇਦ ਇਸ ਵਾਕਿਏ ਦੀ ਵਜ੍ਹਾ ਨਾਲ ਹੈ। ਮੈਂ ਆਪਣੇ ਰੱਬ ਦਾ ਬੜਾ ਸ਼ੁਕਰ ਵੀ ਅਦਾ ਕਰਨਾ। ਮੈਂ ਆਪਣੇ ਰੱਬ ਕੋਲੋਂ ਅਕਸਰ ਇਸ ਵਾਕਿਏ ਦਾ ਨਾਂ ਲੈ ਕੇ, ਇਸ ਵਾਕਿਏ ਨੂੰ ਯਾਦ ਕਰਾ ਕੇ ਆਪਣੇ ਅੱਲਾ ਕੋਲੋਂ ਇਹਦਾ ਸ਼ੁਕਰ ਅਦਾ ਕਰਨਾ ਕਿ ਇਸ ਵਾਕਿਏ ਨੇ ਮੇਰੀ ਜ਼ਿੰਦਗੀ ਨੂੰ, ਸ਼ਾਇਦ ਮੈਂ ਕੋਈ ਹੋਰ ਇਨਸਾਨ ਹੁੰਦਾ, ਮੈਂ ਇਹ ਇਨਸਾਨ ਬਣ ਕੇ ਤੁਹਾਡੇ ਸਾਹਮਣੇ ਨਾ ਬੈਠਾ ਹੁੰਦਾ ਜੋ ਮੈਂ ਅੱਜ ਹਾਂ, ਮੈਂ ਸ਼ਾਇਦ ਕੁਝ ਮੁਖਤਲਿਫ ਹੁੰਦਾ। ਉਹ ਵਾਕਿਆ ਇਸ ਤਰ੍ਹਾਂ ਦਾ ਕਿ ਮੈਂ ਰੇਲਵੇ ਸਟੇਸ਼ਨ ਤੇ ਬੈਠਾ ਸੀ, ਬਾਰਿਸ਼, ਹਲਕੀ ਹਲਕੀ ਬਾਰਿਸ਼ ਹੋ ਰਹੀ ਸੀ। ਬਾਰਿਸ਼ ਵੀ ਨਹੀਂ ਬਲਕਿ ਬੱਦਲ ਜੇ ਬਣੇ ਸਨ, ਬਾਰਿਸ਼ ਦਾ ਮੌਸਮ ਸੀ। ਬਾਰਿਸ਼ ਹੋ ਕੇ ਹਟੀ ਸੀ ਜਾਂ ਹੋਣ ਵਾਲੀ ਸੀ, ਬਹਰਹਾਲ ਬੱਦਲ ਛਾਏ ਸਨ। ਔਰ ਕਿਸੇ ਇਲਾਕੇ 'ਚ ਸ਼ਾਇਦ ਬਾਰਿਸ਼ ਹੋਈ ਸੀ, ਉਹ ਖੁਸ਼ਬੂ ਵੀ ਉਸ ਤਰ੍ਹਾਂ ਦੀ ਆ ਰਹੀ ਸੀ। ਔਰ ਸਟੇਸ਼ਨ ਤੇ ਮੈਨੂੰ ਬਾਰਿਸ਼ ਦੇ ਮੌਸਮ 'ਚ ਨਾ ਬਹਿਣਾ ਬੜਾ ਪਸੰਦ ਸੀ, ਸ਼ੁਰੂ ਤੋਂ ਹੀ, ਬਚਪਨ ਤੋਂ ਹੀ। ਔਰ ਬਾਰਿਸ਼ ਦੇ ਮੌਸਮ 'ਤੇ ਮੈਂ ਟ੍ਰੇਨ ਦਾ ਬੜਾ ਸਫ਼ਰ ਕਰਕੇ ਉਹਦੀ ਬਾਰਿਸ਼ 'ਚ ਬਹਿ ਕੇ ਦਰਵਾਜ਼ੇ 'ਚ ਖੜ੍ਹਾ ਹੋ ਕੇ ਨਾ ਮੈਂ ਬੜਾ ਸਰੂਰ ਲੈਂਦਾ ਸੀ। ਠੰਡੀ ਠੰਡੀ ਹਵਾ, ਮਿੱਟੀ ਦੀ ਖੁਸ਼ਬੂ, ਬਾਰਿਸ਼ ਜਦੋਂ ਨਵੀਂ ਨਵੀਂ ਹੋਈ ਹੋਵੇ ਨਾ। ਅਤੇ ਮੈਂ ਸਟੇਸ਼ਨ 'ਤੇ ਬੈਠਾ ਅਤੇ ਇੱਕ ਬਜ਼ੁਰਗ, ਉਹ ਟ੍ਰੇਨ ਆਈ ਏ, ਉਹ ਬੈਂਚ 'ਤੇ ਬੈਠਾ ਸੀ। ਉਹ ਉੱਠਿਆ ਹਲਕੇ ਹਲਕੇ ਕਦਮਾਂ ਦੇ ਨਾਲ, ਉਹਨੇ ਪੂਰੀ ਟ੍ਰੇਨ ਨੂੰ ਨਾ ਬੜੇ ਗੌਰ ਦੇ ਨਾਲ ਵੇਖਿਆ, ਇੱਕ ਇੱਕ ਬੰਦੇ ਨੂੰ ਗੌਰ ਦੇ ਨਾਲ ਜਾਂਦਿਆਂ ਵੇਖਿਆ। ਔਰ ਫਿਰ ਆ ਕੇ ਨਾ ਉਹ ਆ ਕੇ ਉਸ ਬੈਂਚ 'ਤੇ ਬਹਿ ਗਿਆ। ਸ਼ਾਇਦ ਉਹਨੂੰ ਕਿਸੇ ਦਾ ਇੰਤਜ਼ਾਰ ਸੀ। ਮੈਂ ਉਹਨਾਂ ਬਜ਼ੁਰਗਾਂ ਦੇ ਕੋਲ ਜਾ ਕੇ ਬਹਿ ਗਿਆ। ਮੈਂ ਕਿਹਾ, ਬਜ਼ੁਰਗੋ, ਹਾਲ ਹਵਾਲ ਪੁੱਛ ਕੇ ਮੈਂ ਕੋਲ ਬੈਠਾ। ਮੈਂ ਕਿਹਾ, ਕੀ ਗੱਲ ਹੈ ਬਜ਼ੁਰਗੋ, ਕੋਈ ਕਿਸੇ ਦਾ ਇੰਤਜ਼ਾਰ ਕਰ ਰਹੇ ਹੋ? ਹਾਂ ਪੁੱਤਰ, ਇੰਤਜ਼ਾਰ ਕਰ ਰਿਹਾ ਮੈਂ। ਤੇ ਉਹ ਬਜ਼ੁਰਗ ਨੇ ਆਪਣੀ ਬੇਟੀ ਦੀ ਸ਼ਾਦੀ ਕੀਤੀ ਔਰ ਸ਼ਾਦੀ ਨੂੰ 5 ਸਾਲ ਹੋ ਗਏ ਸੀ। ਉਹ ਕਹਿੰਦੇ ਨੇ ਕਿ ਮੇਰੀ ਬੇਟੀ ਦੀ ਸ਼ਾਦੀ ਨੂੰ 5 ਸਾਲ ਹੋ ਗਏ ਸੀ ਔਰ ਮੇਰੇ ਕੋਲ ਕੁਝ ਨਹੀਂ ਸੀ। ਬਸ ਮੈਂ ਆਪਣਾ ਛੋਟਾ ਮੋਟਾ ਕੰਮ ਕਰਕੇ, ਮਜ਼ਦੂਰੀ ਵੀ ਨਹੀਂ ਸਾਂ ਕਰ ਸਕਦਾ, ਬਿਮਾਰ ਸਾਂ ਉਦੋਂ। ਅਤੇ ਇੱਕ ਹੀ ਮੇਰੀ ਬੇਟੀ ਸੀ, ਇਹਦੀ ਮਾਂ ਪਹਿਲੇ ਫੌਤ ਹੋ ਗਈ ਸੀ ਔਰ ਮੈਂ ਆਪਣਾ ਗੁਜ਼ਾਰਾ ਕਰਦਾ ਸੀ। ਬੜੀ ਮੁਸ਼ਕਿਲ ਨਾਲ ਮੈਂ ਬੇਟੀ ਦੀ ਸ਼ਾਦੀ ਕੀਤੀ ਔਰ ਬੇਟੀ ਦੂਸਰੇ ਵੱਡੇ ਸ਼ਹਿਰ 'ਚ ਚਲੀ ਗਈ। ਉਹ ਦਮਾਦ ਦੀ ਉੱਥੇ ਕੋਈ, ਉਹ ਵੀ ਮਜ਼ਦੂਰੀ, ਮਿਹਨਤ ਮਜ਼ਦੂਰੀ ਕਰਦਾ ਸੀ, ਉੱਥੇ ਕੋਈ ਨੌਕਰੀ ਸੀ। ਉਸ ਸਿਲਸਿਲੇ ਦੇ ਵਿੱਚ ਬੇਟੀ ਮੈਨੂੰ 5 ਸਾਲ ਖਤ ਲਿਖਦੀ ਰਹੀ ਕਿ ਅੱਬੂ ਜੀ ਤੁਸੀਂ ਮੈਨੂੰ ਆ ਕੇ ਨਾ ਮਿਲ ਜਾਓ। 5 ਸਾਲ ਮੈਂ ਸਿਰਫ ਕਿਰਾਏ ਦੀ ਵਜ੍ਹਾ ਨਾਲ ਆਪਣੀ ਬੇਟੀ ਨੂੰ ਨਹੀਂ ਮਿਲ ਸਕਿਆ। ਅਤੇ ਮੈਂ ਨਾ ਉਸ ਲਮਹੇ ਸੋਚਿਆ ਕਿ ਇਹ ਕਿਸ ਤਰ੍ਹਾਂ ਮੁਮਕਿਨ ਹੈ ਕਿ ਸਿਰਫ ਕਿਰਾਏ ਦੀ ਵਜ੍ਹਾ ਦੇ ਨਾਲ ਇਹ ਬਜ਼ੁਰਗ ਆਪਣੀ ਬੇਟੀ ਨੂੰ ਨਹੀਂ ਮਿਲ ਸਕੇ। ਮੈਂ ਉਹਨਾਂ ਬਜ਼ੁਰਗਾਂ ਦੀ ਗੱਲ ਨੂੰ ਟੋਕੇ ਬਗੈਰ ਸੁਣਦਾ ਰਿਹਾ ਕਿ ਇਸ ਗੱਲ ਨੂੰ ਕੱਟਿਆ ਨਾ ਜਾਏ, ਬਲਕਿ ਜਿਸ ਤਰ੍ਹਾਂ ਬਜ਼ੁਰਗ ਮੁਸਲਸਲ ਕਹਾਣੀ ਸੁਣਾ ਰਹੇ, ਉਹਨਾਂ ਦੀ ਕਹਾਣੀ ਸੁਣੀ ਜਾਏ। ਬਜ਼ੁਰਗ ਕਹਿਣ ਲੱਗੇ ਕਿ ਬੇਟਾ, 5 ਸਾਲ ਬਾਅਦ ਮੈਨੂੰ ਇੱਕ ਦਿਨ ਲੈਟਰ ਆਉਂਦਾ ਮੇਰੀ ਬੇਟੀ ਦਾ, ਅਤੇ ਉਹਦੇ ਵਿੱਚ ਲਿਖਿਆ ਕਿ ਅੱਬੂ ਮੈਂ ਤੁਹਾਨੂੰ ਮਿਲਣ ਆ ਰਹੀ ਹਾਂ, ਫਲਾਂ ਫਲਾਂ ਦਿਨ ਮੈਂ ਤੁਹਾਨੂੰ ਮਿਲਣ ਆ ਰਹੀ ਹਾਂ। ਕਹਿੰਦਾ ਮੈਂ ਬੜਾ ਖੁਸ਼। ਉਹ ਮੈਂ ਸਾਰਾ ਦਿਨ ਘਰ ਦੀ ਸਫਾਈ ਸਫੂਈ ਕੀਤੀ, ਆਪਣੇ ਕੱਪੜੇ ਸ਼ਪੜੇ ਧੋਤੇ, ਇੰਤਜ਼ਾਮ ਕੀਤਾ, ਤਿਆਰੀ ਕੀਤੀ। ਮੈਂ ਬੇਟੀ ਨੂੰ ਨਾ, ਉਹ ਪਿੰਡ 'ਚ ਰਹਿੰਦਾ ਸੀ, ਉਸ ਪਿੰਡ ਦੇ ਵਿੱਚੋਂ ਕਹਿੰਦਾ ਟਾਂਗੇ 'ਤੇ ਬਹਿ ਕੇ ਮੈਂ ਰੇਲਵੇ ਸਟੇਸ਼ਨ 'ਤੇ ਆਇਆ। ਇਸ ਰੇਲਵੇ ਸਟੇਸ਼ਨ 'ਤੇ ਮੈਂ ਆਪਣੀ ਬੇਟੀ ਨੂੰ ਲੈਣ ਆਇਆ। ਕਹਿੰਦਾ ਮੈਂ ਆ ਕੇ ਰੁਕਿਆ, ਮੈਂ ਟ੍ਰੇਨ ਨੂੰ ਇੰਤਜ਼ਾਰ ਕੀਤਾ। ਉਸ ਟ੍ਰੇਨ ਦੇ ਵਿੱਚ ਮੇਰੀ ਬੇਟੀ ਨਹੀਂ ਆਈ। ਮੈਂ ਇੰਤਜ਼ਾਰ ਕਰ ਕੇ ਜਦੋਂ ਟ੍ਰੇਨ ਚਲੀ ਗਈ, ਮੈਂ ਸਾਰਾ ਸਟੇਸ਼ਨ ਵੀ ਚੈੱਕ ਕਰ ਲਿਆ ਕਿ ਸ਼ਾਇਦ ਕਿਤੇ ਅੱਗੇ ਪਿੱਛੇ ਨਾ ਬੈਠੀ ਹੋਵੇ ਜਾਂ ਬਾਹਰ ਟਾਂਗਿਆਂ ਵਾਲੇ ਅੱਡੇ 'ਤੇ ਨਾ ਚਲੀ ਗਈ। ਮੈਂ ਉੱਥੇ ਵੀ ਆਇਆ, ਮੈਂ ਸਾਰਾ ਉਹਨੂੰ ਤਲਾਸ਼ ਕੀਤਾ, ਲੇਕਿਨ ਮੈਨੂੰ ਕਿਤੇ ਨਾ ਮਿਲੀ। ਫੋਨ 'ਤੇ ਉਦੋਂ ਹੁੰਦੇ ਕੋਈ ਨਹੀਂ ਸਨ। ਸਿਲਸਿਲਾ ਜਿਹੜਾ ਉਹ
ਆਪਣਾ ਕੋਈ ਪੈਗਾਮ ਹੀ ਲੈ ਕੇ ਆਉਂਦੇ ਸਨ ਜਾਂ ਕੋਈ ਖਤ ਆਉਂਦਾ ਸੀ, ਕੋਈ ਇਸ ਤਰ੍ਹਾਂ ਦੇ ਸਿਲਸਿਲੇ ਉਦੋਂ ਚੱਲਦੇ ਸਨ। ਕਹਿੰਦਾ ਮੈਂ ਜਦੋਂ ਸਾਰੀ ਤਸੱਲੀ ਕਰ ਲੈਣਾ ਉਸ ਤੋਂ ਬਾਅਦ ਮੈਂ ਆਪਣੇ ਬਾਹਰ ਸਟੇਸ਼ਨ ਦੇ ਜਿਹੜੇ ਟਾਂਗੇ ਲੱਗੇ ਹੁੰਦੇ ਸਨ ਅੱਡੇ 'ਤੇ, ਉੱਥੇ ਜਾ ਕੇ ਮੈਂ ਆਪਣਾ ਟਾਂਗੇ 'ਤੇ ਬੈਠਾ ਅਤੇ ਉਸ ਟਾਂਗੇ 'ਚ ਪਿੰਡ ਦੇ ਕੁਝ ਹੋਰ ਵੀ ਸਨ ਮੁਸਾਫਰ ਨਾਲ, ਅਤੇ ਇੱਕ ਬੰਦਾ ਸੀ ਉਹ ਅਜਨਬੀ ਲੱਗਦਾ ਸੀ। ਉਹਦੇ ਨਾਲ ਮੇਰੀਆਂ ਗੱਲਾਂ ਸ਼ੁਰੂ ਹੋਣ ਲੱਗ ਗਈਆਂ। ਉਹਨੂੰ ਮੈਂ ਪੁੱਛਿਆ ਕਿ ਤੂੰ ਕਿੱਥੇ ਜਾਣਾ, ਉਹਨੇ ਮੇਰੇ ਪਿੰਡ ਦਾ ਨਾਂ ਲਿਆ। ਅਤੇ ਫਿਰ ਮੈਂ ਪੁੱਛਿਆ ਉਹਦੇ ਕਿਹਦੇ ਕੋਲ ਜਾ ਰਿਹਾ, ਉਹਨੇ ਮੇਰਾ ਨਾਂ ਲਿਆ। ਮੈਂ ਕਿਹਾ ਯਾਰ ਪਿੰਡ ਵੀ ਤੂੰ ਮੇਰੇ ਹੀ ਜਾ ਰਿਹਾ ਅਤੇ ਉਹ ਬੰਦਾ ਵੀ ਮੈਂ ਆਇਆ, ਅਤੇ ਖੈਰ ਤੂੰ ਕਿੱਥੋਂ ਆਇਆ। ਉਹਨੇ ਜਦੋਂ ਮੇਰੀ ਬੇਟੀ ਦੇ ਪਿੰਡ ਦਾ ਨਾਂ ਲਿਆ ਨਾ ਕਿ ਮੈਂ ਬਾਬਾ ਜੀ ਤੁਹਾਡੇ ਉਸ ਪਿੰਡ ਤੋਂ ਆਇਆ, ਅਤੇ ਕਹਿੰਦਾ ਇੱਕਦਮ ਮੈਨੂੰ ਖੁਸ਼ੀ ਹੋਈ ਅਤੇ ਮੈਂ ਨਾ ਜਲਦੀ ਪੁੱਛਿਆ ਕਿ ਹਾਂ ਦੱਸ ਕੀ ਖੈਰ ਨਾਲ ਆਇਆ, ਕੀ ਪੈਗਾਮ ਹੈ। ਉਹਨੇ ਕਿਹਾ ਕਿ ਬਾਬਾ ਬਜ਼ੁਰਗੋ ਤੁਹਾਡੀ ਜਿਹੜੀ ਬੇਟੀ ਹੈ ਨਾ ਉਹ ਫੌਤ ਹੋ ਗਈ। ਬਾਬਾ ਕੁਛ ਦੇਰ ਖਾਮੋਸ਼ੀ ਤੋਂ ਬਾਅਦ ਸ਼ਾਇਦ ਉਹ ਆਪਣੇ ਆਂਸੂਆਂ ਨੂੰ ਜਜ਼ਬ ਕਰਨ ਦੀ ਕੋਸ਼ਿਸ਼ ਕਰਦਾ ਸੀ ਜਾਂ ਆਪਣੀ ਕੰਬਦੀ ਆਵਾਜ਼ ਨੂੰ ਥੋੜ੍ਹਾ ਜਿਹਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਕੇ ਉਹਨੇ ਉਸ ਆਪਣੀ ਖਾਮੋਸ਼ੀ ਨੂੰ ਤਰੋੜ ਕੇ ਉਹਨੇ ਕਿਹਾ ਮੇਰੇ 'ਤੇ ਕਿਆਮਤ ਆ ਗਈ। ਕਹਿੰਦਾ ਫਿਰ ਮੈਨੂੰ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਪਿੰਡ ਗਿਆ ਔਰ ਘਰ ਪਹੁੰਚਿਆ, ਮੇਰੇ 'ਤੇ ਕਿਸ ਤਰ੍ਹਾਂ ਕਿਆਮਤ ਗੁਜ਼ਰੀ। ਜੋ ਸਾਰੀਆਂ ਗੱਲਾਂ ਉਹਨਾਂ ਬਜ਼ੁਰਗਾਂ ਦੀਆਂ ਸੁਣ ਲਈਆਂ, ਸੁਣਨ ਤੋਂ ਬਾਅਦ ਫਿਰ ਮੈਂ ਪੁੱਛਿਆ, ਮੈਂ ਕਿਹਾ ਬਜ਼ੁਰਗੋ ਸਿਰਫ ਇੱਕ ਕਿਰਾਇਆ ਨਹੀਂ ਤੁਹਾਡੇ ਕੋਲ ਹੋ ਸਕਿਆ, ਤੁਸੀਂ ਕਿਸੇ ਗੁਆਂਢੀ ਕੋਲੋਂ, ਕਿਸੇ ਹਮਸਾਏ ਕੋਲੋਂ, ਕਿਸੇ ਯਾਰ ਦੋਸਤ ਕੋਲੋਂ ਤੁਸੀਂ ਉਧਾਰਾ ਮੰਗ ਲੈਂਦੇ ਜਾਂ ਵੈਸੇ ਹੀ ਮੰਗ ਲੈਂਦੇ, ਕਿਸੇ ਨੂੰ ਕਹਿੰਦੇ ਜਾਂ ਕਿਸੇ ਰਿਸ਼ਤੇਦਾਰ ਨੂੰ ਕਹਿੰਦੇ, ਤੁਹਾਨੂੰ ਕਿਰਾਇਆ ਉਹਨੇ ਦੇ ਦੇਣਾ ਸੀ। ਕਿਰਾਏ ਦਾ ਤਾਂ ਐਡਾ ਵੱਡਾ ਮਸਲਾ ਕੋਈ ਨਹੀਂ ਸੀ। ਉਹ ਬਜ਼ੁਰਗ ਕਹਿਣ ਲੱਗੇ ਕਿ ਪੁੱਤਰ ਜਦੋਂ ਧੀਆਂ ਨੂੰ ਮਿਲਣ ਜਾਈਦਾ ਨਾ, ਤੇ ਖਾਸ ਕਰਕੇ ਵਿਆਹ ਜਦੋਂ ਵਿਆਹੀਆਂ ਜਾਣ ਤੇ ਪਹਿਲੀ ਵਾਰੀ ਮਿਲਣਾ ਹੋਵੇ, ਫਿਰ ਸਿਰਫ ਕਿਰਾਇਆ ਨਹੀਂ ਲੈ ਕੇ ਜਾਈਦਾ, ਕਿਰਾਏ ਦੀ ਜ਼ਰੂਰਤ ਨਹੀਂ ਹੁੰਦੀ ਸਿਰਫ। ਉਸ ਬਜ਼ੁਰਗ ਨੇ ਫਿਰ ਮੈਨੂੰ ਸਮਝਾਇਆ ਕਿ ਪੁੱਤਰ ਉਹ ਫਿਰ ਦਮਾਦ ਦੇ ਕੱਪੜੇ, ਬੇਟੀ ਦੇ ਕੱਪੜੇ, ਫਿਰ ਹੋਰ ਲਵਾਜ਼ਮਾਤ, ਫਿਰ ਚੀਜ਼ਾਂ ਜਿਹੜੀਆਂ ਸਾਡੇ ਰਸਮੋ ਰਿਵਾਜ ਨੇ ਸਾਡੇ ਮੁਲਕਾਂ ਦੇ ਵਿੱਚ, ਉਹ ਕਹਿੰਦਾ ਮੈਨੂੰ ਚੰਗੀ ਭਾਰੀ ਅਮਾਊਂਟ ਉਹਨੇ ਮੈਨੂੰ ਕੁਛ ਹਜ਼ਾਰਾਂ 'ਚ ਦੱਸੀ ਕਿ ਮੈਨੂੰ ਇੰਨੀ ਚਾਹੀਦੀ ਸੀ। ਫਿਰ ਮੈਨੂੰ ਉਹਨਾਂ ਬਜ਼ੁਰਗਾਂ ਦੀ ਸਮਝ ਆਈ ਕਿ ਅੱਛਾ ਇਹ ਕਿਰਾਇਆ ਜਿਹੜਾ ਹੈ ਉਹ ਸਿਰਫ ਬੱਸ ਦਾ ਕਿਰਾਇਆ ਨਹੀਂ ਸੀ ਕਹਿ ਰਹੇ, ਉਹ ਸਾਰਾ ਜੋ ਕੁਛ ਉਹ ਲੈ ਕੇ ਜਾਣਾ ਚਾਹੁੰਦੇ ਸੀ, ਕੱਪੜੇ, ਫਿਰ ਤੋਹਫੇ, ਫਿਰ ਜੋ ਕੁਛ ਵੀ ਨਾਲ ਖਾਣੇ, ਫਲ ਫਰੂਟ, ਫਿਰ ਬਾਪ ਜਦੋਂ ਪਹਿਲੀ ਦਫਾ ਬੇਟੀ ਨੂੰ ਮਿਲਣ ਜਾਂਦਾ ਉਹਦੇ ਸਸੁਰਾਲ ਉਹ ਲੈ ਕੇ ਜਾਂਦਾ, ਉਹ ਸਾਰੇ ਨੂੰ ਕਿਰਾਇਆ ਕਹਿ ਰਹੇ ਸੀ। ਉਸ ਬਜ਼ੁਰਗ ਦੀਆਂ ਚੀਖਾਂ, ਉਹਨਾਂ ਬਜ਼ੁਰਗਾਂ ਦੀ ਦਰਦ, ਉਹਨਾਂ ਦੇ ਆਂਸੂ ਮੈਂ ਪੂਰੀ ਤਰ੍ਹਾਂ ਮਹਿਸੂਸ ਕਰ ਰਿਹਾ ਸੀ। ਉਹ ਆਪਣੇ ਆਂਸੂਆਂ ਨੂੰ ਵੀ ਛੁਪਾ ਰਹੇ ਸੀ, ਆਪਣੇ ਦਰਦ ਨੂੰ ਵੀ ਛੁਪਾ ਰਹੇ ਸੀ, ਆਪਣੇ ਚੀਖਾਂ ਨੂੰ ਵੀ ਉਹ ਕੰਟਰੋਲ ਦੇ ਵਿੱਚ ਰੱਖਿਆ ਸੀ ਉਹਨਾਂ ਨੇ, ਲੇਕਿਨ ਮੈਂ ਉਹਨਾਂ ਨੂੰ ਬਖੂਬੀ ਮਹਿਸੂਸ ਕਰ ਰਿਹਾ ਸੀ। ਇਸ ਵਾਕਿਏ ਤੋਂ ਬਾਅਦ ਫਿਰ ਮੈਂ ਅਕਸਰ ਜਾ ਕੇ ਬੱਸ ਸਟਾਪਾਂ 'ਤੇ ਬਹਿ ਜਾਣਾ, ਅਕਸਰ ਜਾ ਕੇ ਰੇਲਵੇ ਸਟੇਸ਼ਨਾਂ 'ਤੇ ਬਹਿ ਜਾਣਾ ਔਰ ਐਸੇ ਲੋਕਾਂ ਨੂੰ ਲੱਭਦੇ ਰਹਿਣਾ ਕਿ ਹੋ ਸਕਦਾ ਹੈ ਕਿ ਇਹ ਬਜ਼ੁਰਗ ਜਾਂ ਇਹ ਬਾਪ ਜਾਂ ਇਹ ਮਾਂ ਆਪਣੇ ਕਿਸੇ ਪੁੱਤਰ ਨੂੰ ਲੈਣ ਜਾ ਰਹੀ ਹੋਵੇ, ਮਿਲਣ ਜਾ ਰਹੀ ਹੋਵੇ, ਮਿਲਣ ਆਈ ਹੋਵੇ, ਕਿਸੇ ਪ੍ਰੋਬਲਮ 'ਚ ਹੋਵੇ, ਕਿਸੇ ਮੁਸੀਬਤ 'ਚ ਹੋਵੇ। ਫਿਰ ਮੈਂ ਉਹਨਾਂ ਸਟੇਸ਼ਨਾਂ 'ਤੇ ਬਹਿ ਕੇ, ਉਹਨਾਂ ਬੱਸ ਸਟਾਪਾਂ 'ਤੇ ਬਹਿ ਕੇ ਬੜੀਆਂ ਬੜੀਆਂ ਕਹਾਣੀਆਂ ਮੇਰੇ ਜ਼ਿੰਦਗੀ ਦੇ ਵਿੱਚੋਂ ਗੁਜ਼ਰੀਆਂ, ਮੈਂ ਬੜੀਆਂ ਸੁਣੀਆਂ, ਮੈਂ ਬੜੀਆਂ ਕਹਾਣੀਆਂ ਸਿਰਫ ਬਾਡੀ ਲੈਂਗੁਏਜ ਤੋਂ ਮਹਿਸੂਸ ਕੀਤੀਆਂ। ਫਿਰ ਮੈਂ ਉਸ ਤੋਂ ਬਾਅਦ ਇਰਾਦਾ ਕਰ ਲਿਆ ਕਿ ਮੈਂ ਸਿਰਫ ਆਪਣਾ ਨਹੀਂ ਕਰਨਾ, ਔਰ ਹਕੀਕਤ ਗੱਲ ਹੈ ਜਿਹੜੇ ਮੈਨੂੰ ਜਾਣਦੇ ਨੇ, ਮੈਂ ਸਿਰਫ ਆਪਣਾ ਨਹੀਂ ਕੀਤਾ, ਮੈਂ ਸਿਰਫ ਮੇਰੇ ਕੋਲ ਜੋ ਕੁਛ ਆਇਆ ਮੈਂ ਵੰਡ ਕੇ ਖਾਧਾ, ਮੈਂ ਆਪਣਿਆਂ ਦੇ ਨਾਲ ਵੰਡ ਕੇ ਖਾਧਾ। ਔਰ ਹੁਣ ਮੈਂ ਇਕੱਲਾ ਇਹ ਕਰ ਕਰਕੇ ਸ਼ਾਇਦ ਮੈਂ ਉਸ ਸਤਹ ਤੱਕ ਨਹੀਂ ਕਰ ਪਾਇਆ ਜਿਸ ਸਤਹ ਤੱਕ ਮੈਂ ਕਰਨਾ ਚਾਹੁੰਦਾ। ਮੈਂ ਇਨਫਰਾਦੀ ਸ਼ਾਇਦ 2-4 ਬੰਦਿਆਂ ਦੀ ਮਦਦ ਕਰ ਪਾਇਆ ਆਪਣੇ ਸੋਰਸਸ ਦੇ ਨਾਲ, ਲੇਕਿਨ ਹੁਣ ਮੈਂ ਚਾਹੁੰਦਾ ਕਿ ਮੈਂ ਤੁਹਾਡੇ ਸਾਰਿਆਂ ਦੇ ਨਾਲ ਮਿਲ ਕੇ ਇਹਨੂੰ ਇੱਕ ਤਹਿਰੀਕ ਬਣਾ ਕੇ ਅਸੀਂ ਇਸ ਤਰ੍ਹਾਂ ਦੇ ਸਾਰੇ ਕੰਮ ਕਰੀਏ। ਅਸੀਂ ਉਹਨਾਂ ਬਾਪਾਂ ਨੂੰ ਜਿਹੜੇ ਕਿਰਾਏ ਦੀ ਵਜ੍ਹਾ ਨਾਲ ਆਪਣੀ ਬੇਟੀਆਂ ਨਾਲ ਨਹੀਂ ਮਿਲ ਸਕਦੇ, ਜਿਹੜੇ ਕਿਸੇ ਭੁੱਖ ਦੀ ਵਜ੍ਹਾ ਨਾਲ ਆਪਣੇ ਬਾਕੀਆਂ ਦੇ ਕੰਮ ਨਹੀਂ ਕਰ ਸਕਦੇ, ਉਹ ਮਹਿਰੂਮੀਆਂ ਦੇ ਸ਼ਿਕਾਰ ਨੇ, ਜਿਨ੍ਹਾਂ ਦੇ ਕੋਲ ਦੌਲਤ ਬੜੀ ਕਮ ਹੈ ਔਰ ਜਿਨ੍ਹਾਂ ਦੇ ਕੋਲ ਦੌਲਤ ਥੋੜ੍ਹੀ ਹੈ, ਜਿਨ੍ਹਾਂ ਕੋਲ ਸੋਰਸਿਸ ਨਹੀਂ ਹਨ, ਉਹ ਆਪਣੇ
ਆਪਣੇ ਪਿਆਰਿਆਂ ਨੂੰ ਦਾ ਇਲਾਜ ਨਹੀਂ ਕਰਵਾ ਸਕਦੇ, ਆਪਣੇ ਪਿਆਰਿਆਂ ਨੂੰ ਪੜ੍ਹਾ ਨਹੀਂ ਸਕਦੇ, ਆਪਣੇ ਪਿਆਰਿਆਂ ਨੂੰ ਕਾਰੋਬਾਰ ਨਹੀਂ ਕਰਕੇ ਦੇ ਸਕਦੇ, ਅਸੀਂ ਉਹ ਸਾਰਾ ਕੁਝ ਕਰਾਂਗੇ, ਅਸੀਂ ਉਹਦੀ ਕੋਸ਼ਿਸ਼ ਕਰਾਂਗੇ। ਕੋਸ਼ਿਸ਼ ਕਰਨਾ ਸਾਡੇ ਵੱਸ ਦੇ ਵਿੱਚ ਹੈ, ਅਸੀਂ ਕੋਸ਼ਿਸ਼ ਕਰ ਸਕਦੇ ਹਾਂ। ਬਾਕੀ ਇਨਸ਼ਾਅੱਲਾ ਤਾਲਾ ਇਸ ਕੰਮ ਦੇ ਵਿੱਚ ਮੇਰੇ ਅੱਲਾ ਦੀ ਮਦਦ ਜ਼ਰੂਰ ਸ਼ਾਮਲ ਹੋਏਗੀ। ਤੁਸੀਂ ਸਾਰੇ ਇਸ ਤਾਰੀਖ ਦਾ ਹਿੱਸਾ ਬਣੋ, ਤੁਸੀਂ ਸਾਰੇ ਇਸ ਮਿਸ਼ਨ ਦਾ ਹਿੱਸਾ ਬਣੋ, ਇਹਦੇ ਵਿੱਚ ਹਿੱਸਾ ਲਵੋ। ਇਹਨਾਂ ਵੀਡੀਓ ਨੂੰ ਕਿਉਂ ਮੇਰੀ ਤਹਿਰੀਕ ਹੈ ਵੇ ਕਿ ਅਸੀਂ ਕਿਸੇ ਕੋਲੋਂ ਪੈਸਾ ਨਾ ਲਈਏ, ਅਸੀਂ ਕਿਸੇ ਕੋਲੋਂ ਚੈਰਿਟੀ ਨਾ ਮੰਗੀਏ, ਅਸੀਂ ਕਿਸੇ ਕੋਲ ਪੈਸਾ ਕਿਸੇ ਕੋਲੋਂ ਆਸਕ ਨਾ ਕਰੀਏ, ਬਲਕਿ ਇਸ ਵੀਡੀਓ ਦੇ ਜ਼ਰੀਏ ਸਾਨੂੰ ਜਨਰੇਟ ਹਾਸਲ ਹੋਣ ਵਾਲੀ ਜਿਹੜੀ ਪੈਸੇ ਨੇ ਜਾਂ ਰਕਮ ਹੈ ਉਹਦੇ ਨਾਲ ਅਸੀਂ ਫਲਾਈ ਕੰਮ ਕਰੀਏ। ਮੈਂ ਇਸ ਉਮੀਦ ਦੇ ਨਾਲ ਇਸ ਵੀਡੀਓ ਦਾ ਐਂਡ ਕਰਨਾ ਕਿ ਤੁਸੀਂ ਮੇਰਾ ਇਸ ਤਾਰੀਖ ਦੇ ਵਿੱਚ ਜ਼ਰੂਰ ਸਾਥ ਦਿਓਗੇ, ਭਰਪੂਰ ਸਾਥ ਦਿਓਗੇ, ਇਸ ਵੀਡੀਓ ਨੂੰ ਵੇਖੋਗੇ ਵੀ ਔਰ ਇਹਨੂੰ ਸ਼ੇਅਰ ਵੀ ਕਰੋਗੇ। ਇਹਦੇ ਨਾਲ ਹੀ ਆਪਣਾ ਤੇ ਆਪਣੇ ਕਮਜ਼ੋਰ ਤਬਕੇ ਦਾ ਖਿਆਲ ਰੱਖਣਾ, ਮੈਨੂੰ ਆਪਣੀ ਦੁਆਵਾਂ ਦੀ ਯਾਦ ਰੱਖਣਾ। ਅੱਲਾ ਸੁਣਨ ਦੇ ਹਵਾਲੇ।